जी हेलो की हाल चाल है जी। सब वधिया। शानी ढिल्लों पंजाबी सिंगर लाहौर तो। माय नेम शानी ढिल्लों, ठीक है। और मैं 2017 ਵਿੱਚ इस फील्ड ਦੇ ਵਿੱਚ ਆਇਆ ਸੀਗਾ, ठीक है। मैं बहुत स्ट्रगल ਕੀਤੀ, बहुत ਲੋਕਾਂ ਦੇ ਹੱਥ ਵੀ ਲੱਗੇ ਆ ਇਸ ਕੰਮ 'ਚ ਆਉਣ ਲੱਗੇ। ਔਰ ਮੇਰਾ ਪਹਿਲਾ ਗਾਣਾ ਆਇਆ ਸੀ ਜੀ, ਕੁੜੀਏ ਤੂੰ ਚੰਡੀਗੜ੍ਹ ਦੀ, ਮੁੰਡਾ ਮੈਂ ਵੀ ਆ ਲਾਹੌਰ ਦਾ। ਫਿਰ ਆਇਆ ਜੀ ਕਾਲਜ ਦੇ ਵਿੱਚ, ਕਹਿੰਦੀ ਜੀ ਨਹੀਂ ਲੱਗਦਾ ਪੀਓ ਵਿੱਚ ਦਾਖਲਾ ਕਰਾਤਾ ਜੱਟ ਨੇ। ਫਿਰ ਮੇਰਾ ਉਸਤਾਦ ਸਿੱਧੂ ਮੂਸੇਵਾਲਾ ਦੀ ਡੈਥ ਹੋਈ। ਉਸ ਤੋਂ ਬਾਅਦ ਮੈਂ ਗਾਣਾ ਕੀਤਾ ਉਹਨਾਂ ਦੇ ਵਾਸਤੇ ਟ੍ਰਿਬਿਊਟ। ਫਿਰ ਮੇਰਾ ਗਾਣਾ ਆਇਆ ਜੀ, ਲੋਕਾਂ ਦੇ ਤਾਂ ਗੋਰੀਆਂ ਨਹੀਂ ਨਾਮ ਚੱਲਦੇ, ਸਾਡਿਆਂ ਯਾਰਾਂ ਦੀ ਸਰਕਾਰ ਚੱਲਦੀ। ਉਸ ਤੋਂ ਬਾਅਦ ਕਾਫੀ ਚੀਜ਼ਾਂ ਲਾਈਨਅਪ ਨੇ, ਸ਼ੋਜ਼ ਵਗੈਰਾ ਕਾਫੀ ਲੱਗਦੇ ਆ, ਵੱਡੇ ਵੱਡੇ ਸ਼ੋਅ ਲੱਗਦੇ ਆ, ਛੋਟੇ ਮੋਟੇ ਵੀ ਸ਼ੋਅ ਲੱਗਦੇ ਆ। ਉਸ ਤੋਂ ਬਾਅਦ ਮੈਂ ਪੀਆਰ ਵਾਸਤੇ ਆਪਣੀ ਉਹ ਲਾਈ ਹੋਈ ਆ, ਫਾਈਲ ਲਾਈ ਹੋਈ ਆ ਕੈਨੇਡਾ ਵਾਸਤੇ, ਬਾਹਰ ਜਾਣ ਵਾਸਤੇ। ਤੇ ਕੁਝ ਗਾਣੇ ਮੇਰੇ ਲਾਈਨਅਪ ਨੇ ਜਿਹੜੇ ਆਉਣ ਵਾਲੇ ਨੇ, ਮੈਂ ਤੁਹਾਨੂੰ ਜ਼ਰੂਰ ਉਹਨਾਂ ਦੇ ਛੋਟੇ ਛੋਟੇ ਇੰਟਰੋਡਕਸ਼ਨ ਕਰਾਵਾਂਗਾ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ। ਉਹ ਗਾਣੇ ਹੈਗੇ ਜੀ, ਕਹਿੰਦਾ ਹੋ ਪਾਊਡਰ ਨੀ ਪੀਤਾ ਨਿੱਤ ਦੇਸੀ ਚੱਲਦੀ, ਝਾੜ ਕੇ ਡਰਮ ਥੋੜਾ ਮੱਲਾ ਮੱਲੀ ਐ, ਰਾਤੀ ਉੱਠ ਕੀਤੀਆਂ ਨੇ ਮਿਹਨਤਾਂ, ਐਦਾਂ ਕਿਦਾਂ ਵੇ ਕੋਈ ਆਜੂ ਬੱਲੀ ਐ, ਸੋਹਣੇ ਨਾਲੋਂ ਮਹਿੰਗੀ ਚੀਜ਼ ਜਾਨ ਬਣ ਗਈ, ਤਾਹੀਂ ਦਾ ਕਰਾ ਕੇ ਤਨ ਤਨ ਰੱਖੀਏ, ਉਹ ਸਾਫ਼ ਬਿੱਲੋ ਸ਼ੀਸ਼ੇ ਵਾਂਗੂ ਮਨ ਰੱਖੀਏ, ਨਾਲ ਪੋਟੜੀ ਚ ਗੰਨ ਰੱਖੀਏ, ਟਾਈਮ ਵੇਲੇ ਗੋਲੀ ਕਿਤੇ ਮਿਸ ਨਾ ਕਰੇ, ਤੇਲ ਸ਼ੇਲ ਲਾ ਕੇ ਵੀ ਬਗਾਨ ਰੱਖੀਏ, ਗੰਨ ਰੱਖੀਏ, ਗੰਨ ਰੱਖੀਏ। ਤਾਂ ਉਸ ਤੋਂ ਬਾਅਦ ਜਿਹੜਾ ਗਾਣਾ ਸੀਗਾ ਉਹ ਮੇਰੇ ਹਿਟਰਾਂ ਵਾਸਤੇ ਸੀਗਾ, ਕਹਿੰਦਾ ਹਾਂ ਹੋ ਪਿੱਠ ਪਿੱਛੇ ਜਿਹੜੇ ਸਾਰੇ ਗੱਲਾਂ ਕਰਦੇ, ਦੇਖ ਲੈ ਰਕਾਂ ਨੇ ਮੂਰੇ ਆ ਕੇ ਖੜ ਗਏ, 40 ਪਿੰਡਾਂ 'ਚ ਸਾਡਾ ਨਾਮ ਚੱਲਦਾ, ਸਾਡੇ ਜਵਾਕਾਂ ਨੂੰ ਕੋ ਹੱਥ ਪਾ ਜਾਵੇ, ਜਿਹੜੇ ਤੇਰੇ ਯਾਰ ਨੂੰ ਗੈਂਗਸਟਰ ਦੱਸਦੇ, ਦੇਖ ਲੈ ਨੀ ਪਿੰਡਾਂ ਦੇ ਨਿਸ਼ਾਨ ਪਾਤੇ ਨੇ, ਜਿਹੜੇ ਤੇਰੇ ਯਾਰ ਨੂੰ ਗੈਂਗਸਟਰ ਦੱਸਦੇ, ਦੇਖ ਲੈ ਨੀ ਪਿੰਡਾਂ ਦੇ ਨਿਸ਼ਾਨ ਪਾਤੇ ਨੇ। ਮੈਂ ਜਦੋਂ ਇਸ ਫੀਲਡ 'ਚ ਆਇਆ ਸੀਗਾ 2017 'ਚ, ਮੈਨੂੰ ਇੱਕ ਬੰਦੇ ਨਾਲ ਮਿਲਿਆ। ਮੈਂ ਕਿਹਾ ਯਾਰ ਮੈਂ ਨਾ ਸਟੂਡੀਓ ਜਾਣਾ ਆ, ਤਾਂ ਮੈਨੂੰ ਸਟੂਡੀਓ ਦਾ ਦੱਸ ਦਿਓ ਕਿਹੜੀ ਜਗ੍ਹਾ ਤੇ। ਤੇ ਕਿਸੇ ਨੇ ਮੈਨੂੰ ਬਾਰੀ ਸਟੂਡੀਓ ਦੱਸਿਆ, ਕਿਸੇ ਨੇ ਕਾਫੀ ਸਟੂਡੀਓ ਦੱਸੇ। ਫਿਰ ਇੱਕ ਮੁੰਡਾ ਸੀਗਾ ਸਾਡੇ ਪਿੰਡ ਤੋਂ ਹੀ ਸੀਗਾ, ਉਹਨੇ ਕਿਹਾ ਯਾਰ ਮੈਨੂੰ ਸਟੂਡੀਓ ਪਤਾ, ਕਿਉਂਕਿ ਉਹ ARY ਨਿਊਜ਼ ਦੇ ਵਿੱਚ ਕੰਮ ਕਰਦਾ ਸੀਗਾ, ਰਿਕਾਰਡਿੰਗ ਕਰਦਾ ਸੀਗਾ ਵੀਡੀਓ। ਉਹਨੇ ਮੈਨੂੰ ਕਿਹਾ ਕਿ ਯਾਰ ਤੇਰਾ ਨਾ ਤਕਰੀਬਨ ਜ਼ਿਆਦਾ ਨਹੀਂ ਕਿ 50,000 ਰੁਪਇਆ ਲੱਗੂਗਾ। ਤੇ ਮੈਨੂੰ ਉਦੋਂ ਪੈਸੇ ਦੀ ਬੜੀ ਲੋੜ ਸੀਗਾ, ਬਾਪੂ ਮੇਰਾ ਮੈਨੂੰ ਸਪੋਰਟ ਨਹੀਂ ਸੀ ਕਰਦਾ, ਬੇਬੀ ਵੀ ਸਪੋਰਟ ਨਹੀਂ ਕਰਦੀ। ਕਾਲਜ ਟਾਈਮ ਦੇ ਪੈਸੇ ਸੀਗੇ, ਘਰ ਜਾਂਦੇ ਸੀ, ਜੋ ਕਮਾਣਾ ਉਹੀ ਘਰ ਦੇ ਦੇਣਾ, ਫਿਰ ਘਰ ਚੱਲਦਾ ਸੀਗਾ ਉਸ ਟਾਈਮ ਦੇ ਦੌਰ 'ਚ। ਫਿਰ ਮੈਂ ਨਾ ਔਖੇ ਸੌਖੇ ਹੋ ਕੇ ਬਾਪੂ ਨਾਲ ਲੜ ਲੁੜ ਕੇ, ਮੈਂ ਕਿਹਾ ਤੁਸੀਂ ਸਾਰਿਆਂ ਨੂੰ ਦੇਖਦੇ ਹੋ, ਉਹਨਾਂ ਦਾ ਮੁੰਡਾ ਇਹ ਬਣੀ ਫਿਰਦਾ, ਉਹਨਾਂ ਦਾ, ਮੈਂ ਕਿਹਾ ਤੁਹਾਡਾ ਜਦੋਂ ਬਣੂਗਾ ਤੁਹਾਨੂੰ ਵੀ ਕੁਝ ਵੱਲ ਆਊਗਾ। ਮੇਰੇ ਬਾਪੂ ਨੇ ਮੈਨੂੰ ਕਿਤੋਂ ਨਾ ਫੜ ਤੜ ਕੇ 50,000 ਦੇ ਦਿੱਤਾ। ਜਦੋਂ ਉਹਨੂੰ ਮੈਂ 50,000 ਦਿੱਤਾ, ਫਿਰ 2 ਦਿਨ ਬਾਅਦ ਸਟੂਡੀਓ ਦਾ ਟਾਈਮ ਹੋ ਗਿਆ। ਮੈਂ ਪਹਿਲੇ ਦਿਨ ਸਟੂਡੀਓ 'ਚ ਐਂਟਰੀ ਮਾਰੀ ਸੀ। ਸਟੂਡੀਓ ਇਦਾਂ ਦਾ ਸੀਗਾ ਜਿਸ ਤਰ੍ਹਾਂ ਕੰਪਿਊਟਰ ਦਾ ਕੀਬੋਰਡ ਹੁੰਦਾ ਆ, ਤੇ ਪੁਰਾਣੇ ਜ਼ਮਾਨੇ ਦਾ ਇੱਕ ਉਹਨਾਂ ਨੇ LCD ਰੱਖੀ ਹੋਈ ਸੀਗੀ, ਉਹਦੇ ਤੇ ਉਹਨੇ ਮੇਰਾ ਗਾਣਾ ਰਿਕਾਰਡ ਕੀਤਾ। ਤੇ ਮੇਰੇ ਖਿਆਲ 'ਚ ਮਾਈਕ ਵੀ ਮੈਨੂੰ ਹੁਣ ਦੇ ਮੁਤਾਬਕ, ਉਦੋਂ ਦੇ ਮੁਤਾਬਕ ਉਹ ਮਾਈਕ ਸੀਗਾ ਜਿਹੜਾ ਆਮ ਰੂਟੀਨ ਦੇ, ਜਿਹੜਾ ਮਸਜਿਦਾਂ ਦੇ ਵਿੱਚ ਮਾਸ਼ਾਅੱਲਾ ਨਮਾਜ਼ ਦੇ ਟਾਈਮ ਅਸੀਂ ਜ਼ਾਨ ਦੇਣ ਵਾਸਤੇ ਲਾਇਆ ਹੁੰਦਾ। ਮੈਂ ਦੇਖ ਕੇ ਬੜਾ ਵੱਡੀ ਸਾੜ ਹੋਇਆ ਕਿ ਯਾਰ ਮੈਂ ਵੀਡੀਓ ਤੇ ਦੇਖਣਾ ਸਟੂਡੀਓ ਬੜੇ ਘੈਂਟ ਹੁੰਦੇ ਆ, ਵਧੀਆ ਹੁੰਦੇ ਆ, ਇਹ ਕਿਹੋ ਜਿਹਾ ਸਟੂਡੀਓ। ਫਿਰ ਮੈਂ ਉਹਨੂੰ ਕਿਹਾ, ਕਹਿੰਦਾ ਯਾਰ ਤੂੰ ਨਾ ਇਹ ਛੋਟਾ ਸਿੰਗਰ ਹੈ, ਜੇ ਤੇਰਾ ਪਹਿਲਾ ਗਾਣਾ, ਤੇ ਇਸ ਵਾਸਤੇ ਤੈਨੂੰ ਛੋਟੇ ਮਾਈਕ ਤੇ ਲੈ ਕੇ ਆ, ਨਹੀਂ ਤੇ ਉਹਨਾਂ ਦੇ ਤਾਂ ਭਾਈ ਲੱਖ 2 ਲੱਖ ਰੁਪਏ ਲੈਂਦੇ ਆ। ਮੈਨੂੰ 50,000 ਦਿੱਤਾ। 50,000 ਦੇਣ ਤੋਂ ਬਾਅਦ ਮੇਰਾ ਗਾਣਾ ਰਿਕਾਰਡ ਹੋਇਆ, ਮੈਂ ਫਿਰ ਘਰੇ ਆ ਗਿਆ। ਫਿਰ 4 ਦਿਨ ਬਾਅਦ ਮਾਸਟਰ ਮਿਕਸਿੰਗ ਕਰਕੇ ਉਹਨੇ ਮੈਨੂੰ WhatsApp ਕਰਤਾ ਗਾਣਾ। ਮੈਂ ਕਿਹਾ USB 'ਚ ਦੇ ਦੇ, ਉਹਨੇ ਕਿਹਾ ਨਹੀਂ ਇਸ ਤਰ੍ਹਾਂ ਹੀ ਚੱਲੂਗਾ। ਮੈਂ ਕਿਹਾ ਠੀਕ ਆ। ਫਿਰ ਆਡੀਓ ਕਰਵਾ ਲਿਆ, ਔਖਾ ਸੌਖਾ ਹੋ ਕੇ। ਵੀਡੀਓ ਵਾਸਤੇ ਪੈਸੇ ਨਹੀਂ, ਕਿ ਮੈਂ ਫਿਰ ਨਾ ਆਡੀਓ ਐਡੀਟਿੰਗ ਕਰਕੇ ਮਾੜਾ ਮੋਟਾ ਉਹ ਚੈਨਲ ਤੇ ਲਾਤਾ। ਵਧੀਆ ਲੋਕਾਂ ਨੇ ਰਿਸਪੌਂਸ ਦਿੱਤਾ, ਕੁਝ ਠੀਕ ਆ, ਥੋੜਾ ਡਿਸਾਈਡ ਵੀ ਆ। ਫਿਰ ਮੈਨੂੰ ਨਾ ਕੋਈ 2-4 ਮਹੀਨੇ ਬਾਅਦ ਫਿਰ ਇੱਕ ਆਇਆ ਕਿ ਯਾਰ ਮੈਂ ਗਾਣਾ ਇੱਕ ਹੋਰ ਕੱਢਣਾ ਆ। ਉਸੇ ਬੰਦੇ ਕੋਲ ਫਿਰ ਮੈਂ ਡਾਇਰੈਕਟ ਗਿਆ, ਉਸ ਬੰਦੇ ਕੋਲ ਫਿਰ ਮੈਂ ਡਾਇਰੈਕਟ ਗਿਆ ਸੀਗਾ ਕਿ ਯਾਰ ਮੈਂ ਗਾਣਾ ਰਿਕਾਰਡ ਕਰਾਉਣਾ। ਤੇ ਉਹਨੇ ਕਿਹਾ ਯਾਰ ਹੋ ਜਾਏਗਾ ਵੀਰੇ, 5,000 ਰੁਪਇਆ ਲੱਗੇਗਾ। ਮੈਂ ਕਿਹਾ ਹੈ ਕਿੰਨੇ ਲੱਗਣਗੇ? ਕਹਿੰਦਾ 5। ਮੈਂ ਕਿਹਾ ਯਾਰ ਤੂੰ ਉਦੋਂ 50 ਲਿਆ ਸੀਗਾ। ਕਹਿੰਦਾ ਬਾਈ ਮੈਂ ਤੇ 5 ਹੀ ਲਿਆ ਆ। ਤੇ ਮੈਨੂੰ ਫਿਰ ਉਦੋਂ ਪਤਾ ਲੱਗਾ ਕਿ ਯਾਰ ਇਸ ਫੀਲਡ ਦੇ ਵਿੱਚ ਕਿ ਇਹ ਵੀ ਕੰਮ ਹੁੰਦੇ ਆ ਕਿ ਲੋਕ ਸਾਨੂੰ ਦਿਖਾਉਂਦੇ ਕੁਛ ਆ ਤੇ ਕਰਦੇ ਕੁਛ ਆ। 50,000 ਦੇ ਕੇ ਅੱਗੇ 5,000 ਦਿੱਤਾ। ਫਿਰ ਮੈਂ ਇਹ ਸੋਚਿਆ ਅਗਰ 5,000 ਇਹਨੇ ਲਿਆ ਆ ਤੇ ਮੇਰੇ ਤੇ ਘੱਟੋ ਘੱਟ 10 ਗਾਣੇ ਹੋਣੇ ਚਾਹੀਦੇ ਸੀਗੇ 50,000 ਦੇ ਵਿੱਚ। ਫਿਰ ਹੌਲੀ ਹੌਲੀ ਕੰਮ ਕੀਤਾ, ਫੇਮ ਮਿਲੀ, ਫਿਰ ਵੀ ਲੋਕਾਂ ਨੇ ਇੰਨਾ ਨਹੀਂ ਜਾਣਿਆ। ਫਿਰ ਮੇਰਾ ਗਾਣਾ ਆਇਆ, ਲੋਕਾਂ ਦੇ ਤਾਂ ਗੋਰੀਏ ਨੀ ਨਾਮ ਚੱਲਦੇ, ਸਾਡੀਆਂ ਯਾਰਾਂ ਦੀ ਸਰਕਾਰ ਚੱਲਦੀ। ਜਦੋਂ ਵੀਡੀਓ ਦੇ ਮੈਂ ਸਾਹਮਣੇ ਲੋਕਾਂ ਦੇ ਆਇਆ ਨਾ, ਤੇ ਲੋਕਾਂ ਨੂੰ ਹੁਣ ਪਤਾ ਲੱਗਾ ਕਿ ਯਾਰ ਇਹ ਮੁੰਡਾ ਸੀਗਾ ਬੈਕ ਤੇ। ਫਿਰ ਹੁਣ ਸਟੂਡੀਓ ਦਾ ਵੀ ਪਤਾ, ਹੁਣ ਪਾਕਿਸਤਾਨ ਦੇ ਐਸੇ ਸਟੂਡੀਓ ਨੇ, ਰਾਹਤ ਫਤਿਹ ਅਲੀ ਖਾਨ, ਆਤਫ ਅਸਲਮ, ਨਸੀਬੋ ਲਾਲ, ਬਲਾਲ ਸਈਦ, ਸਾਹਿਰ ਅਲੀ ਬੱਗਰ, ਜਿਹੜੇ ਖੁਦ ਮੈਨੂੰ ਬਾਏ ਨੇਮ ਜਾਣਦੇ ਆ ਕਿ ਮੁੰਡਾ ਕੰਮ ਕਰਦਾ, ਵਧੀਆ ਕਰਦਾ ਆ, ਉਹਨਾਂ ਦੇ ਸਟੂਡੀਓ ਜਾ ਕੇ ਹੁਣ ਕੰਮ ਕਰੀਦੇ ਆ। ਮੇਰੇ ਖਿਆਲ 'ਚ ਜਿਹੜੀ ਮੇਰੀ ਕਾਸਟ ਹੈ ਨਾ, ਸਾਡੀ ਕਦੀਮ ਕੌਮ ਹਰਿਆਣਾ ਪੰਜਾਬ ਤੋਂ ਮਿਓ ਕੌਮ, ਠੀਕ ਹੈ। ਮੈਂ ਇੱਕ ਮਵਾਤੀ ਕੌਮ ਔਰ ਮਿਓ ਕੌਮ ਦਾ ਸਪੂਤ ਆ।
ਬਟ ਮੈਂ ਨਾ ਪੰਜਾਬੀ ਬਹੁਤ ਘੈਂਟ ਬੋਲਦਾ, ਬਹੁਤ ਵਧੀਆ ਬੋਲਦਾ। ਅਕਸਰ ਮੇਰੇ ਘਰ ਦੇ ਕਹਿੰਦੇ ਆ, ਮੇਰੇ ਮਾਪੇ ਕਹਿੰਦੇ ਕਿ ਤੂੰ ਸਾਡਾ ਹੈ ਹੀ ਨਹੀਂਗਾ। ਠੀਕ ਹੈ, ਸਾਡੇ ਕਹਿਣ ਦਾ ਮਤਲਬ ਕਿ ਤੂੰ ਸਾਡੀ ਔਲਾਦ ਨਹੀਂਗਾ। ਜਿੱਦਾਂ ਦੀ ਤੇਰੀ ਪੰਜਾਬੀ ਨਾ, ਇਦਾਂ ਲੱਗਦਾ ਜਿੱਦਾਂ ਸਿੱਧਾ ਸਿੱਖਾਂ ਘਰ ਜੰਮਿਆ ਸੀਗਾ, ਉਹ ਸਾਨੂੰ ਦੇ ਗਿਆ ਕਿ ਸਾਡਾ ਮੁੰਡਾ ਸੰਭਾਲ ਲਓ ਤੁਸੀਂ। ਤਾਂ ਮੈਨੂੰ ਬੜੀ ਖੁਸ਼ੀ ਹੁੰਦੀ। ਖੁਸ਼ੀ ਇਹ ਨਹੀਂ ਹੁੰਦੀ ਕਿ ਮੈਂ ਸਿੱਖਾਂ ਦੇ ਨਾਲ ਰਲ ਗਿਆ, ਖੁਸ਼ੀ ਇਹ ਹੁੰਦੀ ਆ ਕਿ ਯਾਰ ਜੋ ਸੋਚ ਸਕਦੇ ਆ ਅਸੀਂ ਉਹ ਕਰ ਵੀ ਸਕਦੇ ਆ। ਠੀਕ ਹੈ, ਅਗਰ ਸਾਡੀ ਲੈਂਗੁਏਜ ਦੂਸਰੀ ਹੈ ਤੇ ਅਸੀਂ ਹਰ ਲੈਂਗੁਏਜ ਬੋਲ ਸਕਦੇ ਆ। ਬਟ ਗੱਲ ਰਹੀ ਪੰਜਾਬੀ ਦੀ, ਯਾਰ ਅਸੀਂ ਰਹਿੰਦੇ ਪੰਜਾਬ 'ਚ, ਖਾਣਾ ਪੰਜਾਬ ਦਾ, ਰਹਿਣਾ ਪੰਜਾਬ ਦਾ, ਪਾਉਣਾ ਪੰਜਾਬ ਦਾ, ਮਰਨਾ ਪੰਜਾਬ ਦੇ ਵਿੱਚ, ਤੇ ਸਾਨੂੰ ਪੰਜਾਬੀ ਕਿਉਂ ਨਹੀਂ ਆਵੇ। ਮੇਰੇ ਫਿਲਮਾਂ ਦੇ 2 ਪ੍ਰੋਜੈਕਟ ਆ, ਇੱਕ ਗੁਰਚੇਤ ਭਾਜੀ ਦੇ ਨਾਲ, ਇੱਕ ਗਿੱਪੀ ਗਰੇਵਾਲ ਦੇ ਨਾਲ, ਜਿਹਨੇ ਲਾਹੌਰ ਨਹੀਂ ਵੇਖਿਆ। ਠੀਕ ਹੈ, ਔਰ ਵਾਕਈ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਤਾਂ ਹੁਣ ਤਾਂ ਇੰਡੀਆ ਵਾਲੇ ਵੀ ਮੰਨ ਗਏ ਜੀ, ਵਾਕਈ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਤਾਂ ਉਹ ਫਿਰ ਇਹਨੇ ਗੱਲਾਂ ਤੋਂ ਹੀ ਫਿਲਮ ਬਣਾ ਰਹੇ ਜਿਹਨੇ ਲਾਹੌਰ ਨਹੀਂ ਵੇਖਿਆ। ਔਰ ਇਸ ਫਿਲਮ 'ਚ ਆਉਣ ਵਾਸਤੇ ਬੜੀ ਐਕਸੈਸ ਕੀਤੀ ਆ, ਬੜੀਆਂ ਮਿੰਨਤਾਂ ਕਰਨੀਆਂ ਪਈਆਂ। ਸਾਡੇ ਭਾਜੀ ਨੇ ਨਸ ਢਿੱਲੋਂ ਲਹਿੰਦੇ ਪੰਜਾਬ ਤੋਂ, ਫੈਸਲਾਬਾਦ ਤੋਂ, ਲੈਲਪੁਰੀਆ। ਠੀਕ ਹੈ, ਉਹਨਾਂ ਦੀ ਸਾਰੀ ਕਾਵਿਸ਼ ਆ ਕਿ ਉਹਨਾਂ ਨੇ ਸਾਨੂੰ ਇੰਨੇ ਜੋਗਾ ਇਸ ਕੰਮ ਦੇ ਲਾਇਕ ਸਮਝਿਆ ਕਿ ਇਹ ਮੁੰਡਾ ਇਹ ਕੰਮ ਕਰ ਸਕਦਾ ਆ। ਠੀਕ ਹੈ, ਉਹਨੇ ਸਾਨੂੰ ਇਸ ਕੰਮ ਦੇ ਵਿੱਚ ਸਾਈਨ ਅਪ ਕਰਾਇਆ। ਔਰ ਉਮੀਦ ਹੈ ਕਿ ਗਿੱਪੀ ਭਾਜੀ ਦੀ ਫਿਲਮ 'ਚ ਮੈਂ ਕਹਿ ਨਹੀਂ ਸਕਦਾ ਕਿ ਮੇਰਾ ਗਾਣਾ ਆਊਗਾ, ਬਟ ਜਿਹੜੀ ਗੁਰਚੇਤ ਭਾਜੀ ਦੀ ਫਿਲਮ ਆ ਤੇ ਇਹਦੇ 'ਚ ਮੇਰਾ ਗਾਣਾ ਪੱਕਾ ਸਾਈਨ ਆ, ਜ਼ਰੂਰ ਆਊਗਾ। ਜਿਸ ਗਾਣੇ ਤੋਂ ਮੈਂ ਵਾਇਰਲ ਹੋਇਆ, 2 ਗਾਣੇ ਆ, ਦੋਨਾਂ ਤੋਂ ਹੀ ਹੋਇਆ ਸੀਗਾ, ਕਿਉਂਕਿ ਇੰਡੀਆ 'ਚ ਕਾਫੀ ਲੋਕਾਂ ਨੇ ਫੇਮ ਦਿੱਤੀ, ਕਿਉਂਕਿ ਇੰਡੀਆ ਵਾਲੇ ਅਕਸਰ ਸਾਡੇ ਲਾਹੌਰ ਤੇ ਗਾਣਾ ਬਣਾਉਂਦੇ ਸੀ, ਸਾਡੀਆਂ ਕੁੜੀਆਂ ਤੇ ਗਾਣਾ ਬਣਾਉਂਦੇ ਸੀ। ਠੀਕ ਹੈ, ਕਿ ਫਿਰ ਮੇਰਾ ਇੱਕ ਇਰਾਦਾ ਬਣਿਆ ਕਿ ਯਾਰ ਮੈਂ ਕੋਈ ਇਦਾਂ ਦਾ ਕੰਮ ਕਰਾਂ ਕਿ ਜਿਹੜੇ ਸਾਡੇ ਪਾਕਿਸਤਾਨ ਨੇ ਨਾ ਕੀਤਾ ਹੋਵੇ ਅਜੇ ਤੱਕ। ਫਿਰ ਉਹ ਗਾਣਾ ਸੀਗਾ, ਕਹਿੰਦਾ ਹੋ ਕੁੜੀਏ ਤੂੰ ਚੰਡੀਗੜ੍ਹ ਦੀ, ਮੁੰਡਾ ਮੈਂ ਲਾਹੌਰ ਦਾ, ਹੋ ਚੱਲਿਆ ਨਹੀਂ ਜਾਂਦਾ ਮੇਰੇ ਤੋਂ, ਲਸ਼ਕਾਰਾ ਤੇਰੀ ਟੌਰ ਦਾ, ਹੋ ਕਦੀ ਤਾਂ ਟੱਪ ਬਿੱਲੋ ਸੁਪਨਿਆਂ ਦਾ ਬਾਰਡਰ, ਹੋ ਦਿਲ ਵਿੱਚ ਉੱਠਦੀ ਏ ਪਿਆਰ ਦੀ ਤਮਕ, ਹੋ ਅੱਖਾਂ ਨੇ ਸੋਹਣੀਆਂ ਤੇਰੀਆਂ, ਹੋ ਸਾਡੇ ਦਿਲ ਵਿੱਚ ਮੂਰਤਾ, ਹਾਰੀ ਬੈਠੇ ਆ ਦਿਲ ਤੇ ਜਾ, ਰੱਖ ਲੈ ਕੋਈ ਚੰਗਾ ਜਿਹਾ ਨਾਮ ਯਾਰ ਦਾ, ਕੁੜੀਏ ਤੂੰ ਕੁੜੀਏ ਤੂੰ ਚੰਡੀਗੜ੍ਹ ਦੀ, ਮੁੰਡਾ ਮੈਂ ਲਾਹੌਰ ਦਾ। ਤਾਂ ਉਸ ਤੋਂ ਬਾਅਦ ਗਾਣਾ ਸੀ ਜਿਹੜਾ ਜੀ, ਲੋਕਾਂ ਦੇ ਤਾਂ ਗੋਰੀਆਂ ਨਹੀਂ ਨਾਮ ਚੱਲਦੇ, ਸਾਡਿਆਂ ਯਾਰਾਂ ਦੀ ਸਰਕਾਰ ਚੱਲਦੀ। ਉਹਦੇ 'ਚ ਮੇਰੇ ਜਿਹੜੇ ਵਰਲਡ ਜਿਹੜੇ ਜ਼ਿਆਦਾ ਫੇਮਸ ਹੋਏ ਸੀ ਕੈਨੇਡਾ ਦੇ ਵਿੱਚ, ਉਹ ਕਹਿੰਦਾ ਸੀ ਹੋ ਬਾਪੂ ਦੀ ਜ਼ਮੀਨ ਤੇ ਪ੍ਰਾਊਡ ਕੋਈ ਨਾ, ਦਿਲ ਸਾਡੇ ਛੋਟੇ ਆ ਫਰੌੜ ਕੋਈ ਨਾ, ਉਹ ਯਾਰ ਸਾਡੇ ਤੋਂ ਬੜਾ ਸਮਾਨ ਬੱਲੀਏ, ਲੋੜ ਪੈਦਾ ਚੱਲਦੇ ਆ ਥਾ ਬੱਲੀਏ, ਉਹ ਮਾਮਿਆਂ ਦੀ ਡਰ ਸਾਨੂੰ ਲੀਡ ਕਰਦੀ, ਇੰਨਾ ਗੱਲੋਂ ਲੱਗੇ ਯਾਰ ਕਾਣ ਬੱਲੀਏ, ਲੋਕਾਂ ਦੇ ਤਾਂ ਗੋਰੀਏ ਨਹੀਂ ਨਾਮ ਚੱਲਦੇ, ਸਾਡਿਆਂ ਯਾਰਾਂ ਦੀ ਸਰਕਾਰ ਚੱਲਦੀ, ਸਰਕਾਰ ਚੱਲਦੀ, ਸਰਕਾਰ ਚੱਲਦੀ। ਫੋਲੋ ਮੈਂ ਸਿੱਧੂ ਮੂਸੇਵਾਲੇ ਨੂੰ ਕਰਨਾ ਪਸੰਦ ਆ, ਸਿੰਗਰ ਸਿਰਫ LDL ਗਿੱਪੀ ਗਰੇਵਾਲ। ਵਜ੍ਹਾ ਆ ਕਿ ਉਹਨਾਂ ਦਾ ਸਟਰਗਲ ਬਹੁਤ ਸੀਗਾ। ਮੈਂ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ, ਜਦੋਂ ਕਹਿੰਦੇ ਸੀਗੇ ਜੀ ਮੈਂ ਕੁਛ ਵੀ ਨਹੀਂ ਸੀਗਾ, ਕਿ ਮੈਂ ਜੋ ਕੁਛ ਵੀ ਆ ਤੇ ਆਪਣੀ ਬੇਗਮ ਕਰਕੇ ਆ। ਉਹਦੀ ਬੇਗਮ ਨੇ ਉਹਨੂੰ ਬਹੁਤ ਸਪੋਰਟ ਕੀਤੀ ਸੀਗੀ ਸ਼ਾਦੀ ਤੋਂ ਬਾਅਦ ਚੋਂ। ਠੀਕ ਹੈ, ਉਹਨਾਂ ਦੇ ਕਹਿਣ ਦਾ ਮਕਸਦ ਸੀਗਾ ਕਿ ਮੇਰੇ ਕੋਲ ਕੁਛ ਵੀ ਨਹੀਂ ਸੀਗਾ, ਮੇਰੀ ਇਹੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜੋ ਕਮਾਇਆ ਮੈਂ ਆਪਣੀ ਸਿੰਗਿੰਗ ਲਾਈਨ 'ਚ ਲਾ ਦਾਂ। ਬਟ ਉਹ ਆਏ ਸੀਗੇ ਇੱਕ ਸਿੰਗਰ ਬਣਨ ਵਾਸਤੇ, ਫਿਰ ਇੱਕ ਆਰਟਿਸਟ ਬਣ ਗਏ, ਫਿਰ ਇੱਕ ਫਿਲਮਮੈਨ ਬਣ ਗਏ। ਹੁਣ ਤਾਂ ਬਹੁਤ ਵੱਡੀ ਪੂਰੀ ਇਸ ਸਭ ਤੋਂ ਇੰਡਸਟਰੀ, ਜਿਹੜੀ ਇੰਡੀਆ ਦੀ ਇੰਡਸਟਰੀ ਪੰਜਾਬ ਮੂਵੀ ਦੀ ਹੈ ਨਾ, ਉਹ ਸਾਰੀ ਗਿੱਪੀ ਭਾਜੀ ਦੇ ਹੱਥ ਜਾ ਚੁੱਕੀ ਆ, ਕਿਉਂਕਿ ਉਹਨਾਂ ਦਾ ਆਪਣਾ ਚੈਨਲ ਆ, ਆਪਣਾ ਕੰਮ ਆ, ਖੁਦ ਕੰਮ ਕਰਦੇ ਆ, ਖੁਦ ਪ੍ਰੋਡਿਊਸ ਕਰਦੇ ਆ, ਹਰ ਇੱਕ ਕੰਮ ਉਹਨਾਂ ਦੇ ਕੋਲ ਆ। ਹੁਣ ਵਿੱਚ ਉਹਨਾਂ ਨੇ ਆਪਣੇ ਮੁੰਡੇ ਲੈ ਲਏ, ਆਪਣੇ ਬੱਚੇ ਲੈ ਲਏ, ਸਾਡੇ ਪਾਕਿਸਤਾਨ ਦੇ ਐਕਟਰਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ। ਤਾਂ ਮੇਰੇ ਖਿਆਲ 'ਚ ਮੈਂ ਇਸ ਵਾਸਤੇ ਕਰਨਾ ਕਿ ਯਾਰ ਕਦੀ ਸਾਡਾ ਵੀ ਤੇ ਨੰਬਰ ਲੱਗੂਗਾ ਨਾ। ਤੇ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਕਿ ਫਿਲਮ ਆ ਰਹੀ ਤੇ ਸਾਡਾ ਨੰਬਰ ਲੱਗ ਚੁੱਕਿਆ। ਮੇਰੇ ਖਿਆਲ 'ਚ ਪਾਕਿਸਤਾਨ 'ਚ ਟੈਲੈਂਟ ਦੀ ਕਦਰ ਕੀਤੀ ਨਹੀਂ ਜਾਂਦੀ, ਸਿਰਫ ਕਿਹਾ ਜਾਂਦਾ ਕਿ ਯਾਰ ਤੂੰ ਵਧੀਆ ਕਰਦਾ ਆ, ਵਧੀਆ ਗਾਉਂਦਾ ਆ। ਉਹਦਾ ਮਕਸਦ ਇਹ ਆ ਕਿ ਸਾਡੇ ਉੱਤੇ ਜਿਹੜੀ ਇੰਡਸਟਰੀ ਸੱਪ ਬਣ ਕੇ ਬੈਠੀ ਹੋਈ ਨਾ, ਵੱਡੇ ਵੱਡੇ ਐਕਟਰ, ਵੱਡੇ ਡਰਾਮਾ ਫਿਲਮ ਇੰਡਸਟਰੀ ਦੇ ਸਿੰਗਰ ਹੋ ਗਏ, ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਬੱਚੇ ਅੱਗੇ ਆਉਣ, ਸਾਡੇ ਘਰ ਦੇ ਅੱਗੇ ਆਉਣ, ਸਾਡੇ ਮਾਪੇ ਅੱਗੇ ਆ ਜਾਣ, ਸਾਡਾ ਭਤੀਜਾ ਜਾਂ ਭਤੀਜੀ ਜੋ ਵੀ ਆ ਉਹ ਅੱਗੇ ਆ ਜਾਏ। ਪਰ ਬਾਹਰ ਦੇ ਬੰਦੇ ਨੂੰ ਇਸ ਵਾਸਤੇ ਡਾਇਰੈਕਸ਼ਨ ਨਹੀਂ ਕਰਦੇ ਕਿ ਆਉਣ ਵਾਲੇ ਵਕਤ 'ਚ ਯਾਰ ਕਿਤੇ ਸਾਡੇ ਬੱਚੇ ਪਿੱਛੇ ਨਾ ਰਹਿ ਜਾਣ ਤੇ ਇਹ ਲੋਕ ਸਾਡੀ ਜਗ੍ਹਾ ਲੈ ਲੈਣ। ਠੀਕ ਹੈ, ਬਟ ਸਾਡੀ ਕੋਸ਼ਿਸ਼ ਇਹ ਕਿ ਯਾਰ ਦੇਖੋ ਕਿ ਜਿਹਨੇ ਆਪਣੇ ਹਿੱਸੇ ਦਾ ਕੰਮ ਕਰਨਾ ਉਹਨੇ ਆਪਣੇ ਹਿੱਸੇ ਦਾ ਕੰਮ ਕਰਨਾ। ਜਿਹੜਾ ਵਧੀਆ ਕਰੂਗਾ ਉਹ ਲੌਂਗ ਟਾਈਮ ਤੱਕ ਚੱਲੂਗਾ, ਜਿਹੜਾ ਘਟੀਆ ਕਰੂਗਾ ਉਹ ਫਿਲਮ ਆਈ ਤੋਂ ਬਿਲਕੁਲ ਕਰੈਕਟ ਹੋ ਜਾਊਗਾ। ਨਵੇਂ ਸਿੰਗਰਾਂ ਨੂੰ ਮੇਰਾ ਮੈਸੇਜ ਇਹੀ ਹੈ ਕਿ ਦੇਖੋ ਮਿਹਨਤ ਕਰਨੀ ਚਾਹੀਦੀ ਆ, ਕਿ ਜ਼ਰੂਰੀ ਨਹੀਂ ਕਿ ਸਾਨੂੰ ਪਾਕਿਸਤਾਨ 'ਚੋਂ ਸਪੋਰਟ ਮਿਲੇ, ਬਾਹਰ ਦੀ ਮੁਲਕ ਵੀ ਸੁਣਦੇ, ਬਾਹਰ ਦੀਆਂ ਇੰਡਸਟਰੀਆਂ ਵੀ ਸੁਣਦੀਆਂ। ਜਿੱਦਾਂ ਕਿ ਹੁਣ ਸਾਡੇ ਕਾਫੀ ਪਾਕਿਸਤਾਨੀ ਐਕਟਰ ਆ,
ਪਾਕਿਸਤਾਨੀ ਫਿਲਮਾਂ ਥੋੜੀਆਂ ਕਰਦੇ ਪਏ ਨੇ, ਇਹ ਬਾਹਰ ਦੀਆਂ ਫਿਲਮਾਂ ਕਰਦੇ ਪਏ ਨੇ। ਮੈਂ ਇਹੀ ਕੋਸ਼ਿਸ਼ ਕਰਨਾ ਕਿ ਯਾਰ ਤੁਸੀਂ ਵਧੀਆ ਕੰਮ ਕਰੋ, ਵਧੀਆ ਚੀਜ਼ ਲੈ ਕੇ ਆਓ, ਵਧੀਆ ਲਿਖੋ, ਵਧੀਆ ਗਾਓ, ਫਿਰ ਲੋਕ ਤੁਹਾਨੂੰ ਇੱਥੋਂ ਨਹੀਂ ਬਾਹਰ ਚੁੱਕ ਕੇ ਲੈ ਜਾਣਗੇ, ਕੈਨੇਡਾ ਲੈ ਜਾਣਗੇ, ਇੰਗਲੈਂਡ ਲੈ ਜਾਣਗੇ, ਇੰਡੀਆ ਦੇ ਚੁੱਕ ਕੇ ਲੈ ਜਾਣਗੇ। ਜਿੱਥੇ ਵੀ ਜਾਓਗੇ ਤੁਸੀਂ ਕੰਮ ਤੇ ਕਰੋਗੇ, ਜਦੋਂ ਤੁਹਾਨੂੰ ਬਾਹਰੋਂ ਸਪੋਰਟ ਮਿਲੂਗੀ ਫਿਰ ਤੁਸੀਂ ਪਾਕਿਸਤਾਨ ਨੂੰ ਛੱਡੋ, ਬਾਹਰ ਜਾ ਕੇ ਕੰਮ ਕਰੋ। ਜ਼ਰੂਰੀ ਕਿ ਪੈਸਾ ਕਮਾਣਾ ਚਾਹੇ ਪਾਕਿਸਤਾਨ 'ਚ ਕਮਾ ਲਓ ਚਾਹੇ ਬਾਹਰ ਜਾ ਕੇ ਕਮਾ ਲਓ।